ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਤੁਧ ਆਗੈ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੈ ਮੇਰਾ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਏਹੀ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਨ, ਪ੍ਰਤੱਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਪ੍ਰਭ ਕਾ ਸਿਮਰਹਿ ਸੇ ਧਨਵੰਤੇ, ਪ੍ਰਭ ਕਾ ਸਿਮਰਹਿ ਸੇ ਪਤਵੰਤੇ। ਪ੍ਰਭ ਕਾ ਸਿਮਰਹਿ ਸੇ ਧਨਵੰਤੇ, ਪ੍ਰਭ ਕਾ ਸਿਮਰਹਿ ਸੇ ਪਤਵੰਤੇ। ਪ੍ਰਭ ਕਾ ਸਿਮਰਹਿ ਸੇ ਜਨ ਪ੍ਰਵਾਨ, ਪ੍ਰਭ ਕਾ ਸਿਮਰਹਿ ਸੇ ਪੁਰਖ ਪ੍ਰਧਾਨ। ਪ੍ਰਭ ਕਾ ਸਿਮਰਹਿ ਸੇ ਬੇ ਮਹਤਾਜੇ, ਪ੍ਰਭ ਕਾ ਸਿਮਰਹਿ ਸੇ ਸਰਬ ਕੇ ਰਾਜੇ। ਪ੍ਰਭ ਕਾ ਸਿਮਰਹਿ ਸੇ ਸੁਖ ਵਾਸੀ, ਪ੍ਰਭ ਕਾ ਸਿਮਰਹਿ ਸਦਾ ਅਬਿਨਾਸੀ। ਸਿਮਰਨ ਤੇ ਲਾਗੇ ਜਿਨ ਆਪ ਦਇਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਸਿਮਰਨ ਤੇ ਲਾਗੇ ਜਿਨ ਆਪ ਦਇਆਲਾ, ਨਾਨਕ ਜਨ ਕੀ ਮੰਗੈ ਰਵਾਲਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜੂਰ ਜਹਰਾ ਜਹੂਰ ਦੀਨਾ ਬੰਧੂ ਭਗਤ ਵਚਲ ਦਇਆ ਕੇ ਸਾਗਰ ਗੁਰੂ ਗਰੀਬ ਨਵਾਜ 10 ਪਾਤਸ਼ਾਹੀਓਂ ਜੀ ਕੇ ਪਾਵਨ ਪਵਿੱਤਰ ਸਰੂਪ। ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਸਤਿਗੁਰਾਂ ਦੇ ਅੰਮ੍ਰਿਤ ਵੇਲੇ ਦੇ ਸਾਜ ਰਹੇ ਦੀਵਾਨ ਅੰਦਰ ਹਾਜ਼ਰੇ ਭਰ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਪ ਜੀਆਂ ਮਹਾਰਾਜ ਦੇ ਦਰਸ਼ਨ ਦਿਦਾਰੇ ਕਰ ਆਪਣਿਆਂ ਨੇਤਰਾਂ ਨੂੰ ਸਫਲਿਆਂ ਕੀਤਾ ਹੈ। ਸਤਿਗੁਰਾਂ ਦੇ ਦਰ ਕਰਦੀ ਪਾਵਨ ਪਵਿੱਤਰ ਕੀਰਤੀ ਨਾਮ ਵਡਿਆਈ ਸ਼ਰਵਣ ਕਰਨ ਵਾਸਤੇ ਕਥਾ ਸ਼ਰਵਣ ਕਰਨ ਦੇ ਆਪ ਪ੍ਰੇਮੀ ਜਾਣਾ ਮਹਾਰਾਜ ਦੀ ਪਾਵਨ ਪਵਿੱਤਰ ਸਤ ਸੰਗਤ ਦੀਆਂ ਕੜੀਆਂ ਵਿੱਚ ਸੱਜ ਬੈਠਦੇ ਹੋ। ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ। ਸਤਿਗੁਰਾਂ ਦੇ ਪਾਵਨ ਪਵਿੱਤਰ ਉਪਦੇਸ਼ ਸਿੱਖਿਆ ਨੂੰ ਹਿਰਦੇ ਵਿੱਚ ਵਸਾ ਅੰਮ੍ਰਿਤ ਵੇਲੇ ਦਾ ਆਨੰਦ ਮਾਣਦੇ ਹੋ। ਗੁਰਸਿੱਖ ਮੀਤ ਚੱਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ। ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਕੇ ਅੰਮ੍ਰਿਤ ਰੂਪ ਗਾਥਾ ਜੋ ਪਿਛਲੇ ਸਮੇਂ ਤੋਂ ਮਹਾਰਾਜ ਦੇ ਪਾਵਨ ਦਰ ਘਰ ਅੰਦਰ ਪ੍ਰਾਰੰਭ ਹੋਈ ਹੈ। ਜਿਸ ਪਾਵਨ ਬਾਣੀ ਅੰਦਰ ਪਰਮੇਸ਼ਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹੀਆਂ ਬੇਅੰਤ ਬੇਅੰਤ ਲਾਭ ਦੱਸਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਇਸ ਸੰਸਾਰ ਤੇ ਆਏ ਹੋਏ ਪ੍ਰਾਣੀ ਮਾਤਰ ਨੂੰ ਵਾਰ-ਵਾਰ ਇੱਕੋ ਹੀ ਗੱਲ ਦ੍ਰਿੜ ਕਰਵਾ ਰਹੇ, ਇਹੀ ਸਿੱਖਿਆ ਦਿੰਦੇ ਹੈ ਕਿ ਸੰਸਾਰ ਤੇ ਕੇਵਲ ਨਾਮ ਜਪਣ ਵਾਸਤੇ ਆਏ ਹਾਂ। ਅਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਕੇਵਲ ਪਰਮੇਸ਼ਰ ਦਾ ਨਾਮ ਜਪਣ ਵਾਸਤੇ ਇਹ ਮਨੁੱਖਾਂ ਦੇ ਹੀ ਪ੍ਰਾਪਤ ਹੋਈ ਹੈ। ਐਸੇ ਦੀਨ ਦਿਆਲ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਮੁਖਾਰਬਿੰਦ ਤੋਂ ਉਚਾਰੀ ਹੋਈ ਪਾਵਨ ਪਵਿੱਤਰ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਕਾ ਪਾਵਨ ਜਾਪ ਦਾ ਫਿਰ ਫਲ ਮਹਾਰਾਜ ਜੀਆਂ ਨੇ ਇਸੇ ਬਾਣੀ ਅੰਦਰ ਦੱਸਿਆ। ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਜਥਾ ਸ਼ਰਵਣ ਕੀਤਾ ਹੈ। ਅੱਗੇ ਵੀ ਗੁਰੂ ਗਰੀਬ ਨਵਾਜ ਮਹਾਰਾਜ ਜੀ ਮਿਹਰਾਮਤਾਂ ਕਰ ਰਹੇ ਹੈ। ਜਿਵੇਂ ਇਹ ਪਾਵਨ ਬਾਣੀ ਵਿੱਚ ਮਹਾਰਾਜ ਜੀ ਨਾਮ ਦੀ ਮਹਿਮਾ ਦੱਸ ਰਹੇ ਹੈ। ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਆਪਾਂ ਜੁੜੀਏ ਜੀ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਹਿਰਦੇ ਵਿੱਚ ਵਸਾ ਰਸਨਾ ਕਰੋ ਜੀ ਪਵਿੱਤਰ ਆਖਣਾ ਜੀ ਸਤਿਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ।
ਪ੍ਰਭ ਕਾ ਸਿਮਰਹਿ ਸੇ ਧਨਵੰਤੇ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਵਨ ਅਸ਼ਟਪਦੀ ਅੰਦਰ ਕਿਰਪਾ ਕਰਕੇ ਦੱਸਦੇ ਹੈ, ਪ੍ਰਭ ਕਾ ਸਿਮਰਹਿ ਸੇ ਧਨਵੰਤੇ। ਪ੍ਰਭੂ ਨੂੰ, ਪਰਮੇਸ਼ਰ ਨੂੰ ਸਿਮਰਨ ਵਾਲੇ, ਅਸਲੀ ਧਨ ਵਾਲੇ ਉਹ ਹੈ ਜਿਨ੍ਹਾਂ ਦੇ ਪਾਸ ਪਰਮੇਸ਼ਰ ਦਾ ਨਾਮ ਹੈ। ਉਹ ਸੰਸਾਰ ਦੇ ਵਿੱਚ ਅਸਲੀ ਸਾਧ ਸੰਗੀ ਧਨ ਵਾਲੇ ਹਨ। ਮਹਾਰਾਜ ਦਾ ਪਾਵਨ ਫੁਰਮਾਨ ਹੈ ਕਿ ਜਿਨ ਕੈ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ। ਜਿਨ੍ਹਾਂ ਦੇ ਪਾਸ ਧਨ ਵਸਦਾ ਹੈ, ਕੇਵਲ ਤੇ ਕੇਵਲ ਮਾਇਆ ਹੈ, ਉਹਨਾਂ ਦਾ ਨਾਮ ਫਕੀਰ ਜਾਣੋ। ਸੰਸਾਰ ਤੇ ਜੇ ਕੋਈ ਕੰਗਾਲ ਹੈ, ਉਹ ਮਾਇਆ ਧਾਰੀ ਹੈ, ਕਿਉਂਕਿ ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨ ਸੁਣਈ ਬਹਰੋਲ ਕਚੋਲਾ। ਮਹਾਰਾਜ ਦੀ ਬਾਣੀ, ਮਹਾਰਾਜ ਦੀ ਉਪਦੇਸ਼ ਸਿੱਖਿਆ ਸੁਣਨੀ ਮਾਇਆ ਧਾਰੀ ਨੂੰ ਬੜੀ ਔਖੀ ਹੈ। ਇਸ ਕਰਕੇ ਜੇ ਬਾਣੀ ਨਾਮ ਪੱਲੇ ਨਹੀਂ ਤੇ ਇਹ ਜੋ ਧਨ ਹੈ, ਦਮੜੇ ਹਨ, ਇਹ ਜਿਹਦੇ ਪੱਲੇ ਸਾਧ ਸੰਗਤ ਦੀ ਹਨ, ਨਾਮ ਹੈ ਨਹੀਂ, ਮਾਇਆ ਤਾਂ ਹੈ। ਮਹਾਰਾਜ ਕਹਿੰਦੇ ਜਾਣ ਲਓ ਭਾਈ, ਤਿਨ ਕਾ ਨਾਉ ਫਕੀਰ। ਉਹ ਫਕੀਰ ਹਨ, ਕੰਗਾਲ ਹਨ। ਜਿਨ ਕੈ ਹਿਰਦੈ ਤੂੰ ਵਸਹਿ ਤੇ ਨਰ ਗੁਣੀ ਗਹੀਰ। ਜਿਨ੍ਹਾਂ ਜੀਵਾਂ ਦੇ ਹਿਰਦੇ ਵਿੱਚ ਇਹ ਸੱਚੇ ਪਾਤਸ਼ਾਹ ਜੀ ਤੁਸੀਂ ਵਸਦੇ ਹੋ, ਤੇ ਨਰ ਗੁਣੀ ਗਹੀਰ, ਉਹ ਗੁਣਾਂ ਦਾ ਸਾਗਰ ਹਨ। ਅਸਲੀ ਰਾਜੇ ਉਹ ਹੈ ਜਿਨ੍ਹਾਂ ਦੇ ਪਾਸ ਪ੍ਰਭੂ ਦਾ ਸਿਮਰਨ ਹੈ। ਇੱਕ ਜਗ੍ਹਾ ਮਹਾਰਾਜ ਜੀਆਂ ਨੇ ਅਸਲੀ ਧਨ ਦੀ ਪ੍ਰਾਪਤੀ ਵਾਲੇ ਸਾਧੂ ਦਾ ਜ਼ਿਕਰ ਕੀਤਾ ਗੁਰਬਾਣੀ ਅੰਦਰ। ਬਸਤਾ ਟੂਟੀ ਝੁੰਪੜੀ ਚੀਰ ਸਭ ਛਿੰਨਾ। ਮਹਾਰਾਜ ਕਹਿੰਦੇ ਆ ਕਿ ਟੁੱਟੀ ਹੋਈ ਝੌਂਪੜੀ ਵਿੱਚ ਇੱਕ ਫਕੀਰ ਵਸਦਾ, ਔਰ ਉਹਦੇ ਕੱਪੜੇ ਜਿਹੜੇ ਆ, ਬਸਤਰ, ਉਹ ਪਾਟੇ ਹੋਏ ਆ, ਚੀਰ ਸਭ ਛਿੰਨਾ। ਔਰ ਨਾ ਉਹਦੀ ਕੋਈ ਜਾਤ ਬਹੁਤੀ ਉੱਚੀ ਹੈ, ਜਾਤ ਨਾ ਪਾਤ ਨਾ ਆਦਰ ਉਦਿਆਨ ਪਰ ਮਿੰਨਾ। ਤੇ ਜੰਗਲ ਵਿੱਚ ਭਟਕ ਰਿਹਾ ਜਾਂ ਜੰਗਲ ਵਿੱਚ ਵਸਦਾ ਹੈ, ਜੰਗਲ ਦੇ ਵਿੱਚ ਟੁੱਟੀ ਝੌਂਪੜੀ ਪਾ ਕਰਕੇ ਰਹਿੰਦਾ ਹੈ। ਮਿੱਤਰ ਨ ਏਠ ਧਨ ਰੂਪਹੀਣ ਕਿਛ ਸਾਕ ਨ ਸਿੰਨਾ। ਨਾ ਉਹਦਾ ਕੋਈ ਮਿੱਤਰ ਹੈ, ਨਾ ਕੋਈ ਸੰਬੰਧੀ ਹੈ। ਮਾੜੇ ਦਾ ਸੰਬੰਧੀ ਬਣਦਾ ਕੌਣ ਹੈ? ਔਰ ਗੁਰੂ ਗਰੀਬ ਨਵਾਜ ਕਹਿੰਦੇ ਆ ਕਿ ਕਿਛ ਸਾਕ ਨਾ ਸਿੰਨਾ, ਕੋਈ ਸਾਕ ਵੀ ਨਹੀਂ ਹੈ। ਪਰ ਅੰਤਲੀ ਪੰਕਤੀ ਅੰਦਰ ਗੁਰੂ ਗਰੀਬ ਨਵਾਜ ਕਿਰਪਾ ਕਰਦੇ ਹੈ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਉਹ ਸਾਰੇ ਸੰਸਾਰ ਦਾ ਰਾਜਾ ਹੈ ਜਿਹੜਾ ਹਰੀ ਦੇ ਨਾਮ ਦੇ ਵਿੱਚ ਭਿੰਨਾ ਕਹੀਏ ਭਿੱਜਾ ਹੋਇਆ। ਜਿਵੇਂ ਸਾਧ ਸੰਗਤ ਜੀ ਸਿਕੰਦਰ ਬਾਦਸ਼ਾਹ ਦੇ ਜੀਵਨ ਦੀ ਕਿਉਂ ਸਾਖੀ ਆਉਂਦੀ ਹੈ। ਇਹ ਸੰਸਾਰ ਨੂੰ ਜਿੱਤਣ ਵਾਸਤੇ ਜਦੋਂ ਭਾਰਤ ਆਇਆ, ਪਿੱਛੇ ਦੇਸ਼ਾਂ ਨੂੰ ਜਿੱਤਦਾ ਹੋਇਆ, ਤੇ ਕਹਿੰਦੇ ਆ ਕਿ ਨਦੀ ਜਦੋਂ ਪਾਰ ਕੀਤੀ ਇਹਨੇ, ਹੁਣ ਨਦੀ ਪਾਰ ਕੀਤੀ, ਫੌਜਾਂ ਬਹੁਤ ਨਾਲ ਸਨ, ਹਾਥੀ ਘੋੜੇ ਹੋਰ ਲੋਹਾ ਆਦਿਕ ਸ਼ਾਸਤਰ ਸਨ। ਤੇ ਫੌਜ ਲੰਘਦੀ ਦੀ ਆਵਾਜ਼ ਕਿੰਨੀ ਹੁੰਦੀ ਹੈ, ਬਹੁਤ ਚਾਰੇ ਪਾਸੇ ਰੌਲਾ ਪੈ ਰਿਹਾ।
ਉਹ ਨਦੀ ਜਦੋਂ ਪਾਰ ਕੀਤੀ, ਠੰਡ ਦਾ ਸਮਾਂ ਸੀ ਤੇ ਇਸੇ ਨਦੀ ਦੇ ਕਿਨਾਰੇ ਇੱਕ ਸਾਧੂ ਸੁੱਤਾ ਪਿਆ, ਪੱਥਰ ਦੀ ਸਿਲ ਦੇ ਉੱਪਰ ਪਿਆ ਹੋਇਆ, ਉਹਦੇ ਉੱਪਰ ਕੱਪੜਾ ਕੋਈ ਨਹੀਂ, ਬਿਲਕੁਲ ਨਗਨ ਉਹ ਸਾਧੂ ਆਪਣੇ ਆਨੰਦ ਵਿੱਚ ਸੁੱਤਾ ਹੋਇਆ। ਇਹ ਸਿਕੰਦਰ ਨੇ ਵੇਖਿਆ ਵੀ ਇੰਨੀ ਫੌਜ ਲੰਘੀ ਹੈ, ਇਹ ਕੌਣ ਪੁਰਸ਼ ਹੈ ਜਿਹਨੂੰ ਕੋਈ ਪਤਾ ਹੀ ਨਹੀਂ ਵੀ ਇੰਨੀ ਫੌਜ ਕੋਲੋਂ ਲੰਘ ਗਈ ਹੈ, ਜਿਹਦੇ ਆਨੰਦ ਵਿੱਚ ਕੋਈ ਖਿਆਤ ਪਈ ਨਹੀਂ। ਗਿਆ ਨਾ ਗਿਆ ਤੇ ਪਾਸ ਜਾ ਕੇ ਪੁੱਛਣ ਲੱਗਾ, ਉਠਾ ਕੇ ਸਾਧੂ ਨੂੰ ਹੁੱਜ ਮਾਰ ਕੇ ਪੁੱਛਦਾ ਹੈ, ਕਹਿੰਦਾ ਉਹ ਫਕੀਰ, ਤੂੰ ਜਾਣਦਾ ਮੈਂ ਕੌਣ ਆ? ਉਹ ਕਹਿੰਦਾ ਨਾ ਮੈਨੂੰ ਨਹੀਂ ਪਤਾ ਤੂੰ ਕੌਣ ਹੈ। ਕਹਿੰਦਾ ਮੈਂ ਸਿਕੰਦਰ ਹਾਂ, ਸਿਕੰਦਰ। ਉਹ ਕਹਿੰਦਾ ਭਾਈ ਹੋਵੇਂਗਾ, ਕਈ ਤੁਰੇ ਫਿਰਦੇ ਤੇਰੇ ਵਰਗੇ। ਫਿਰ ਕਹਿੰਦਾ ਮੈਨੂੰ ਇਹ ਦੱਸੋ, ਇੰਨੀ ਫੌਜ ਲੰਘੀ ਹੈ, ਕਿੰਨਾ ਲਾਮ ਲਸ਼ਕਰ ਲੰਘਿਆ ਤੇ ਤੁਸੀਂ ਸੁੱਤੇ ਪਏ ਹੋ, ਤੁਹਾਨੂੰ ਨੀਂਦ ਆ ਗਈ ਇੰਨੇ ਰੌਲੇ ਦੇ ਵਿੱਚ? ਉਹ ਸਾਧੂ ਕਹਿਣ ਲੱਗਾ ਕਿ ਜੇ ਤੂੰ ਸਿਕੰਦਰ ਹੈ, ਦੁਨੀਆ ਜਿੱਤਣ ਚੜਿਆ, ਤੈਨੂੰ ਤੇਰੀ ਗੱਲ ਦਾ ਜਵਾਬ ਮੈਂ ਫਿਰ ਦੇਵਾਂਗਾ, ਪਹਿਲਾਂ ਮੈਨੂੰ ਮੇਰੀ ਗੱਲ ਦਾ ਜਵਾਬ ਦੇ। ਤੂੰ ਭਾਰਤ ਕੀ ਕਰਨ ਆਇਆ? ਸਿਕੰਦਰ ਕਹਿੰਦਾ ਜੀ ਮੈਂ ਸੰਸਾਰ ਜਿੱਤਣ ਦਾ ਦਾਅਵਾ ਬੰਨਿਆ, ਬੜੇ ਦੇਸ਼ ਮੈਂ ਜਿੱਤ ਲਏ ਨੇ, ਭਾਰਤ ਨੂੰ ਵੀ ਜਿੱਤਾਂਗਾ। ਉਹ ਸਾਧੂ ਕਹਿੰਦਾ ਫੇਰ ਕੀ ਕਰੇਗਾ? ਕਹਿੰਦਾ ਜੀ ਮੈਂ ਫਿਰ ਜਿੱਤਾਂਗਾ ਅੱਗੇ ਹੋਰ ਦੇਸ਼ਾਂ ਨੂੰ, ਚਾਈਨਾ ਆਦਿਕ। ਫੇਰ ਕੀ ਕਰੇਗਾ? ਹੋਰ ਅੱਗੇ ਦੇਸ਼। ਉਹਦੇ ਫੇਰ ਕੀ ਕਰੇਗਾ? ਕਹਿੰਦਾ ਜੀ ਮੁੱਕਦੀ ਗੱਲ ਹੈ, ਮੈਂ ਸਾਰਾ ਸੰਸਾਰ ਜਿੱਤਣਾ। ਤੇ ਉਹ ਸਾਧੂ ਫਿਰ ਪੁੱਛਦਾ ਵੀ ਫੇਰ ਕੀ ਕਰੇਗਾ ਜਦੋਂ ਸੰਸਾਰ ਜਿੱਤੇਗਾ? ਕਹਿੰਦਾ ਜੀ ਫਿਰ ਮੈਂ ਆਨੰਦ ਮਾਣਾਂਗਾ ਸਾਰਾ ਸੰਸਾਰ ਜਿੱਤ ਕੇ। ਸਿਕੰਦਰ ਕਹਿੰਦਾ ਮੈਂ ਆਨੰਦ ਮਾਣਾਂਗਾ। ਉਹ ਸਾਧੂ ਤਾੜੀ ਮਾਰ ਕੇ ਹੱਸਿਆ ਤੇ ਸਿਕੰਦਰ ਨੂੰ ਕਹਿੰਦਾ ਲੈ ਸੁਣ ਆਪਦੀ ਗੱਲ ਦਾ ਜਵਾਬ। ਜਿੰਨਾ ਔਖਾ ਤੂੰ ਹੋਈ ਜਾਂਦਾ ਸੰਸਾਰ ਜਿੱਤਣ ਵਾਸਤੇ, ਕਿੰਨੀਆਂ ਫੌਜਾਂ ਕਿੰਨੇ ਮਾਵਾਂ ਦੇ ਪੁੱਤ ਮਰ ਰਹੇ ਆ, ਕਾਹਦੀ ਖਾਤਰ ਇੰਨਾ ਫੌਜਾਂ ਚਾੜ ਕੇ ਲਿਆਇਆ, ਦਿਨ ਰਾਤ ਸੌਂਦਾ ਨਹੀਂ ਤੂੰ ਕਿ ਮੈਂ ਆਨੰਦ ਮਾਣਾਂਗਾ। ਤੂੰ ਸਾਰੀ ਪ੍ਰਿਥਵੀ ਦਾ ਰਾਜਾ ਹੋ ਕੇ ਜਿਹੜਾ ਆਨੰਦ ਮਾਣਨ ਨੂੰ ਫਿਰਦਾ, ਉਹ ਮੈਂ ਇੱਥੇ ਪੱਥਰ ਦੀ ਸਿਲ ਤੇ ਨੰਗਾ ਪਿਆ ਹੀ ਮਾਣੀ ਜਾਂਦਾ ਹਾਂ, ਮੇਰੇ ਪਾਸ ਕੱਪੜਾ ਵੀ ਕੋਈ ਨਹੀਂ। ਜਿਹੜੀ ਨੀਂਦ ਆਨੰਦ ਦੀ ਤੂੰ ਲੈਣ ਨੂੰ ਫਿਰਦਾ, ਉਹ ਮੈਂ ਇੱਥੇ ਮਾਣ ਰਿਹਾ ਹਾਂ ਪਹਿਲਾਂ ਹੀ। ਬਹੁਤ ਹੈਰਾਨ ਹੋਇਆ ਵੀ ਗੱਲ ਤਾਂ ਇਸ ਫਕੀਰ ਦੀ ਸੱਚੀ ਹੈ, ਵੀ ਜਿਸ ਆਨੰਦ ਦੀ ਤਲਾਸ਼ ਵਿੱਚ, ਸੁੱਖ ਦੀ ਤਲਾਸ਼ ਵਿੱਚ ਮੈਂ ਦੁਨੀਆ ਜਿੱਤਣ ਨੂੰ ਫਿਰਦਾ, ਇੱਕ ਮਲੰਗ ਫਕੀਰ ਉਹ ਆਨੰਦ ਪਹਿਲਾਂ ਹੀ ਮਾਣ ਰਿਹਾ। ਫਿਰ ਇਹਨੇ ਉਸ ਫਕੀਰ ਨੂੰ ਪੁੱਛਿਆ, ਜਾਣ ਗਿਆ ਵੀ ਕੋਈ ਬੜਾ ਹਾਜ਼ਰ ਜਵਾਬੀ ਫਕੀਰ ਹੈ, ਕੋਈ ਪਹੁੰਚੀ ਹੋਈ ਸ਼ੈ ਹੈ। ਤੇ ਇਹ ਸਿਕੰਦਰ ਕਹਿੰਦਾ ਵੀ ਸਾਧੂ ਮਹਾਂਪੁਰਸ਼ੋ ਮੈਨੂੰ ਦੱਸੋ ਤੁਹਾਨੂੰ ਕੀ ਚਾਹੀਦਾ, ਮੈਂ ਹੁਣੇ ਤੁਹਾਨੂੰ ਦੇਣ ਨੂੰ ਤਿਆਰ ਹਾਂ ਭੇਟਾ ਵਜੋਂ। ਹੁਣ ਸਾਧੂ ਇੰਨੇ ਨਿਰਲੇਪ ਹੁੰਦੇ ਆ, ਰਾਜੇ ਨੂੰ ਇਹ ਸੀ ਵੀ ਮੈਂ ਇਹਨਾਂ ਨੂੰ ਖੁਸ਼ ਕਰਾਂ ਮਾਇਆ ਦੇ ਕੇ, ਧਨ ਦੇ ਕੇ। ਉਹ ਸਿਕੰਦਰ ਪੁੱਛਦਾ ਜੀ ਦੱਸੋ, ਮੈਂ ਹੁਣੇ ਹੀ ਤੁਹਾਨੂੰ ਚੀਜ਼ ਦੇਣ ਨੂੰ ਤਿਆਰ ਹਾਂ। ਤੇ ਸਾਧੂ ਉਹਨੂੰ ਸਿਕੰਦਰ ਨੂੰ ਕਹਿੰਦਾ ਜੇ ਕੁਝ ਦੇਣਾ ਹੈ ਤੇ ਥੋੜ੍ਹਾ ਜਿਹਾ ਇੱਥੋਂ ਸਾਈਡ ਤੇ ਹੋ ਜਾ, ਮੈਨੂੰ ਧੁੱਪ ਛੱਡ ਦੇ, ਬਸ ਇੰਨਾ ਹੀ। ਸਿਕੰਦਰ ਬਹੁਤ ਹੈਰਾਨ ਹੋਇਆ ਵੀ ਇੰਨਾ ਬਿਰਕਤ ਸਾਧੂ ਹੈ, ਇੱਛਾ ਹੈ ਹੀ ਨਹੀਂ ਮਨ ਦੇ ਵਿੱਚ। ਮੈਂ ਕਿਸੇ ਜਗ੍ਹਾ ਦਾ ਰਾਜ ਭਾਗ ਦੇਣ ਨੂੰ ਤਿਆਰ ਹਾਂ,
ਤੇ ਇਹ ਕਹਿੰਦਾ ਬਸ ਮੈਨੂੰ ਜੇ ਦੇਣਾ ਹੀ ਤੇ ਬਸ ਪਾਸੇ ਹੋ ਜਾ, ਜਿਹੜੀ ਧੁੱਪ ਆਉਂਦੀ ਸੀ ਪਹਿਲਾਂ ਤੂੰ ਅੱਗੇ ਖੜ ਗਿਆ, ਹੁਣ ਸੂਰਜ ਨਹੀਂ ਪੈਂਦਾ, ਠੰਡ ਦੀ ਰੁੱਤ ਹੈ, ਧੁੱਪ ਛੱਡ ਦੇ। ਇਹੋ ਜਿਹੇ ਸਾਧ ਸੰਗ ਜੀ ਜਿਹੜੇ ਪ੍ਰਭੂ ਦੇ ਨਾਮ ਰੰਗ ਵਿੱਚ ਰਤੇ ਹੋਏ ਹੈ, ਉਹ ਇਹੋ ਜਿਹੇ ਸਾਧੂ, ਇਹੋ ਜਿਹੇ ਗੁਰਮੁਖ ਸੇ ਧਨਵੰਤੇ, ਅਸਲੀ ਧਨ ਵਾਲੇ ਹਨ। ਅਸਲੀ ਧਨ ਜਿਹੜਾ ਸਾਧ ਸੰਗ ਦੀ ਸੁੱਖ ਹੈ। ਸੰਸਾਰ ਦੇ ਵਿੱਚ ਧਨ ਕਿਉਂ ਕਮਾਇਆ ਜਾਂਦਾ ਹੈ? ਸਿਰਫ ਤੇ ਸਿਰਫ ਇਸ ਲਈ ਧਨ ਕਮਾਇਆ ਜਾਂਦਾ ਹੈ ਕਿ ਅਸੀਂ ਸੌਖੇ ਹੋ ਜਾਈਏ। ਪਰ ਸਾਧ ਸੰਗਤ ਜੀ, ਮਾਇਆ ਨੇ ਕਦੇ ਕਿਸੇ ਨੂੰ ਸੁੱਖ ਦਿੱਤਾ ਨਹੀਂ। ਪ੍ਰਾਣੀ ਇਸ ਸੰਸਾਰ ਨੂੰ ਔਰ ਇਸ ਮਾਇਆ ਨੂੰ ਸੁੱਖ ਦਾ ਮੁੱਢ ਸਮਝਦਾ ਵੀ ਸਾਰੇ ਸੁੱਖ ਇੱਥੋਂ ਪੈਦਾ ਹੁੰਦੇ ਆ। ਸੰਸਾਰ ਦੇ ਵਿੱਚ ਸੁੱਖ ਮਾਇਆ ਸਰੀਰ ਨੂੰ ਦੇ ਸਕਦੀ ਹੈ, ਸੰਸਾਰ ਸਰੀਰ ਨੂੰ ਸੁੱਖ ਦੇ ਸਕਦਾ ਹੈ, ਪਰ ਮਨ ਨੂੰ ਨਹੀਂ। ਮਨ ਨੂੰ ਸੁੱਖ ਤਾਂ ਉਹਨਾਂ ਦੇ ਸਾਧ ਸੰਗੀ ਸਰਬ ਸੁਖਾ ਹਰ ਹਰ ਗੁਣ ਗਾਏ, ਜਿਨ੍ਹਾਂ ਨੇ ਹਰੀ ਪਰਮੇਸ਼ਰ ਦੇ ਗੁਣ ਗਾਏ ਹਨ। ਅਸਲੀ ਸੁੱਖ ਉਹਨਾਂ ਵਾਸ ਹੈ। ਤੋ ਆਨੰਦ ਰੂਪੀ ਧਨ ਜਿਹੜਾ ਹੈ ਉਹ ਸਿਮਰਨ ਵਾਲਿਆਂ ਦੇ ਪਾਸ ਹੈ। ਪਰਮੇਸ਼ਰ ਦੀ ਬੰਦਗੀ ਨਾਮ ਭਜਨ ਕਰਨ ਵਾਲੇ ਹੀ ਅਸਲੀ ਮਾਇਆਪਤੀ ਹੈ, ਅਸਲੀ ਧਨ ਵਾਲੇ ਹਨ। ਪ੍ਰਭ ਕਾ ਸਿਮਰਹਿ ਸੇ ਪਤਵੰਤੇ। ਫਿਰ ਮਹਾਰਾਜ ਅੱਗੇ ਕਿਰਪਾ ਕਰਦੇ ਆ। ਸੰਸਾਰ ਦੇ ਵਿੱਚ ਸੱਚੇ ਪਾਤਸ਼ਾਹ ਨੂੰ ਬੇਨਤੀ ਕਰੀਏ, ਮਹਾਰਾਜ ਇੱਜ਼ਤ ਪੱਤ ਵਾਲਾ ਕੌਣ ਹੈ? ਜਿਹਦੀ ਇੱਜ਼ਤ ਪੱਤ ਹੈ। ਹਰੇਕ ਇੱਛਾ ਕਰਦਾ ਵੀ ਮੇਰੀ ਵਡਿਆਈ ਬਣੇ, ਮੇਰੀ ਸੋਭਾ ਹੋਵੇ, ਜਿੱਥੇ ਜਾਵਾਂ ਉੱਥੇ ਮੈਨੂੰ ਹੱਥ ਚੁੱਕਣ, ਲੋਕ ਪੈਰੀਂ ਹੱਥ ਲਾਉਣ, ਤੇ ਸਾਰੇ ਪਾਸੇ ਮੇਰੀ ਸ਼ਾਵਾ ਸ਼ਾਵਾ ਹੋਵੇ, ਮੇਰੀ ਬਹੁਤ ਇੱਜ਼ਤ ਹੋਵੇ। ਹਰ ਕੋਈ ਲੋਚਦਾ। ਸੱਚੇ ਪਾਤਸ਼ਾਹ ਜੀ, ਅਸਲੀ ਇੱਜ਼ਤ ਵਾਲਾ ਕੌਣ ਹੈ? ਕਿਉਂਕਿ ਆ ਇੱਜ਼ਤ ਜਿਹੜੀ ਅਸੀਂ ਜਿਹਨੂੰ ਆਪਦੀ ਪੱਤ ਆਬਰੂ ਸਮਝਦੇ ਹਾਂ, ਇਹ ਤਾਂ ਇੱਥੇ ਹੀ ਸਰੀਰ ਦੇ ਨਾਲ ਹੀ ਸੜ ਜਾਂਦੀ। ਦੁਨੀਆ ਕੀ ਆ ਵਡਿਆਈ ਆ, ਆਵੈ ਕਵਨੈ ਕਾਮ, ਉਹ ਨਾਲ ਨਹੀਂ ਜਾਂਦੀਆਂ। ਫਿਰ ਮਹਾਰਾਜ ਜੀ ਆਪ ਦੱਸੋ ਵੀ ਅਸਲੀ ਇੱਜ਼ਤ ਪੱਤ ਵਾਲਾ ਕੌਣ ਹੈ? ਪ੍ਰਭ ਕੋ ਸਿਮਰਹਿ ਸੇ ਪਤਵੰਤੇ। ਮਹਾਰਾਜ ਕਹਿੰਦੇ ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਹੈ ਉਹ ਅਸਲੀ ਪੱਤ ਵਾਲੇ ਹੈ, ਅਸਲੀ ਇੱਜ਼ਤ ਆਬਰੂ ਵਾਲੇ, ਸ਼ਾਨ ਸ਼ੌਕਤ ਵਾਲੇ ਉਹ ਹਨ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਭੂ ਵਸਿਆ ਹੋਇਆ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪ੍ਰਭੂ ਪਰਮੇਸ਼ਰ ਹੈ। ਤੋ ਜਾਇਓ ਹੀ ਜਾਣੋ ਅਰਥ ਪ੍ਰਭ ਕੋ ਸਿਮਰੈ ਸੇ ਪਤਵੰਤੇ। ਸਾਧ ਸੰਗਤ ਜੀ, ਪਤ ਪਤ ਪਤੀਵੰਤੇ ਵਾਲੀ ਇਹ ਜੀਵ ਰੂਪ ਇਸਤਰੀ ਕਿਹੜੀ ਹੈ? ਜਿਹਦੇ ਪਾਸ ਸਾਧ ਸੰਗਤ ਜੀ ਪ੍ਰਭੂ ਪਰਮੇਸ਼ਰ ਹੈ, ਜਿਹੜੇ ਆਪਦੇ ਪ੍ਰਭੂ ਪਰਮੇਸ਼ਰ, ਪ੍ਰਭੂ ਨਾਮ ਸੁਆਮੀ ਦਾ, ਸੁਆਮੀ ਪਤੀ ਨੂੰ ਵੀ ਆਖਦੇ ਆ। ਪ੍ਰਭ ਕੋ ਸੁਆਮੀ ਕੋ ਕਹੀਏ ਪਤੀ ਨੂੰ ਸਿਮਰ ਹੈ, ਜਿਹੜੇ ਆਪਦੇ ਪਤੀ ਨੂੰ ਯਾਦ ਕਰਦੀਆਂ ਹਨ ਜੀਵ ਰੂਪ ਇਸਤਰੀਆਂ, ਉਹ ਸਾਧ ਸੰਗਤ ਦੀ ਪਤਵੰਤੇ, ਉਹ ਪਤੀ ਵਾਲੀਆਂ ਹਨ। ਬਾਕੀ ਸਾਰੀਆਂ ਹੀ ਰੰਡੀਆਂ ਹਨ। ਜਿੰਨੀਆਂ ਸੰਸਾਰ ਦੀਆਂ ਜੀਵ ਰੂਪ ਇਸਤਰੀਆਂ, ਕਿਉਂਕਿ ਸਾਧ ਸੰਗਤ ਜੀ ਜਿਹੜੀ ਇਸਤਰੀ ਆਪਦੇ ਪਤੀ ਨੂੰ ਹਿਰਦੇ ਵਿੱਚ ਵਸਾ ਕੇ ਰੱਖਦੀ ਨਹੀਂ, ਗੱਲੀ ਹਉ ਸੁਹਾਗਣ ਭੈਣੇ ਕੰਤ ਨ ਕਬਹੂ ਮੈਂ ਮਿਲਿਆ, ਉਹ ਗੱਲਾਂ ਬਾਤਾਂ ਨਾਲ ਹੀ ਸੁਹਾਗਣ ਹੁੰਦੀ ਹੈ, ਪਰ ਕਦੇ ਉਹਨੇ ਪਤੀ ਦਾ ਆਨੰਦ ਮਾਣਿਆ ਨਹੀਂ ਹੁੰਦਾ। ਜਿੱਥੇ ਪਤੀ ਦੀ ਕਦਰ ਨਹੀਂ, ਪਤੀ ਨੂੰ ਯਾਦ ਨਹੀਂ ਜਿਹੜੀ ਇਸਤਰੀ ਕਰਦੀ, ਪਤੀ ਉੱਥੇ ਆਉਂਦਾ ਨਹੀਂ। ਸੁਹਾਗਣ ਹੁੰਦੀ ਹੋਈ ਵੀ ਉਹ ਰੰਡਿਆਂ ਦੇ ਸਦਰਸ ਹੁੰਦੀ ਹੈ, ਤੋ ਦੁਹਾਗਣੀ ਕਹਿਲਾਉਂਦੀ ਹੈ। ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ, ਉਹ ਜੀਵ ਰੂਪ ਇਸਤਰੀਆਂ ਪਤੀ ਵਾਲੀਆਂ ਹਨ, ਸੁਹਾਗਣਾ ਹਨ, ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਭੂ ਪਰਮੇਸ਼ਰ ਵਸਿਆ ਹੋਇਆ ਹੈ, ਜਿਹੜੀਆਂ ਉਸ ਪਤੀ ਪਰਮੇਸ਼ਰ ਨੂੰ ਯਾਦ ਕਰਦੀਆਂ ਹਨ। ਪ੍ਰਭ ਕਾ ਸਿਮਰਹਿ ਸੇ ਜਨ ਪਰਵਾਨ। ਤੋ ਅੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰੀਏ, ਮਹਾਰਾਜ ਸੰਸਾਰ ਵਿੱਚ ਕਿਹੜੇ ਜੀਵ ਪ੍ਰਮਾਣਿਕ ਹਨ? ਕਿਹੜੇ ਜੀਵ ਸੰਸਾਰ ਦੇ ਵਿੱਚ ਤੇ ਅਰ ਪਰਮੇਸ਼ਰ ਦੀ ਦਰਗਾਹ ਵਿੱਚ ਪ੍ਰਮਾਣਿਕ ਹੁੰਦੇ ਆ?
ਮਹਾਰਾਜ ਕਹਿੰਦੇ ਪ੍ਰਭ ਕੋ ਸਿਮਰ ਹੈ ਸੇ ਜਨ ਪਰਵਾਨ। ਜਿਹੜੇ ਪ੍ਰਭੂ ਪਰਮੇਸ਼ਰ ਨੂੰ ਯਾਦ ਕਰਦੇ ਆ, ਨਾਮ ਰਸੀ, ਉਹ ਪ੍ਰਮਾਣਿਕ ਸੰਸਾਰ ਵਿੱਚ ਵੀ ਸ਼ੋਭਨੀਕ ਹਨ। ਜੋ ਸਤਿਗੁਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਪਰਮੇਸ਼ਰ ਨੂੰ ਚੰਗਾ ਲੱਗਣ ਵਾਲਾ ਖਾਲਸਾ ਜੀ, ਉਹ ਸਾਰਿਆਂ ਨੂੰ ਚੰਗਾ ਲੱਗਦਾ। ਤੋ ਜਿਹੜਾ ਇੱਥੇ ਸੰਸਾਰ ਵਿੱਚ ਚੰਗਾ ਲੱਗਦਾ ਹੈ, ਨਾਮ ਕਰਕੇ ਉਹ ਗਾਂ ਅੱਗੇ ਦਰਗਾਹ ਵਿੱਚ ਵੀ ਸ਼ੋਭਾ ਪਾਉਂਦਾ। ਤੋ ਮਹਾਰਾਜ ਕਹਿੰਦੇ ਉਹ ਭਾਈ ਪ੍ਰਵਾਨ ਹਨ, ਪ੍ਰਮਾਣਿਕ ਹਨ, ਜਿਨ੍ਹਾਂ ਨੇ ਪ੍ਰਭੂ ਨੂੰ ਸਿਮਰਿਆ ਹੈ। ਪ੍ਰਭ ਕਾ ਸਿਮਰਹਿ ਸੇ ਪੁਰਖ ਪ੍ਰਧਾਨ। ਅੱਗੇ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਨੂੰ ਪੁੱਛੀਏ ਬੇਨਤੀ ਕਰਕੇ, ਮਹਾਰਾਜ ਜੀ ਪ੍ਰਧਾਨ ਕੌਣ ਹੈ ਸੰਸਾਰ ਵਿੱਚ, ਕਿਹੜਾ ਪੁਰਖ ਮੁਖੀ ਹੈ? ਹੁਣ ਤਾਂ ਕੋਈ ਸਾਧ ਸੰਗਤ ਜੀ ਮੁੱਖ ਮੰਤਰੀ ਹੈ, ਦੂਜਾ ਕਹਿੰਦਾ ਮੈਂ ਪ੍ਰਧਾਨ ਮੰਤਰੀ ਹਾਂ, ਮੈਂ ਫਲਾਣੇ ਦਾ ਪ੍ਰਧਾਨ ਹੈ, ਮੈਂ ਦੂਜੇ ਦਾ ਹਾਂ। ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਬੇਨਤੀ ਕਰੀ, ਮਹਾਰਾਜ ਅਸਲੀ ਪ੍ਰਧਾਨ ਮੁਖੀ ਕੌਣ ਹੈ? ਤੋ ਸਤਿਗੁਰੂ ਕਹਿੰਦੇ ਪ੍ਰਭ ਕੋ ਸਿਮਰ ਹੈ। ਜਿਹੜੇ ਪ੍ਰਭੂ ਪਰਮੇਸ਼ਰ ਨੂੰ ਯਾਦ ਕਰਦੇ ਆ, ਉਹ ਪ੍ਰਾਣੀ ਜਿਹੜੇ ਪ੍ਰਧਾਨ ਮੁਖੀ ਹਨ। ਸੰਸਾਰ ਵਿੱਚ ਵੀ ਸਾਰਿਆਂ ਤੋਂ ਮੁਖੀ ਸ਼੍ਰੇਸ਼ਟ ਚੰਗੇ ਨਾਮ ਰਸੀ ਹੈ। ਔਰ ਫਿਰ ਅੱਗੇ ਦਰਗਾਹ ਦੇ ਵਿੱਚ ਵੀ ਉਹੀ ਪ੍ਰਧਾਨ ਮੁਖੀ ਮੰਨੇ ਜਾਂਦੇ ਆ, ਜਿਹੜੇ ਪ੍ਰਾਣੀ ਸਾਧ ਸੰਗਤ ਦੀ ਨਾਮ ਦੇ ਰਾਸ ਵਿੱਚ ਭਿੱਜੇ ਹੋਏ ਆ। ਤੋ ਇਹੋ ਜਿਹੇ ਪੁਰਖ ਨਾਮ ਰਸੀਏ ਇੱਥੇ ਲੋਕ ਵਿੱਚ ਵੀ ਮੁਖੀ ਹਨ ਤੇ ਅਗਾਂਹ ਪਰਲੋਕ ਵਿੱਚ ਵੀ ਮੁਖੀ ਪ੍ਰਧਾਨ ਮੰਨੇ ਜਾਂਦੇ ਆ। ਪ੍ਰਭ ਕਾ ਸਿਮਰ ਹੈ ਸੇ ਬੇਮਹਤਾਜੇ। ਫਿਰ ਮਹਾਰਾਜ ਅੱਗੇ ਬੇਨਤੀ ਕਰੋ ਸੱਚੇ ਪਾਤਸ਼ਾਹ ਜੀ, ਬੇਮੁਹਤਾਜ ਕੌਣ ਹੈ ਸੰਸਾਰ ਵਿੱਚ? ਉਹ ਸਾਧ ਸੰਗਤ ਜੀ ਪ੍ਰਭ ਕੋ ਸਿਮਰ ਹੈ। ਮਹਾਰਾਜ ਕਹਿੰਦੇ ਜਿਹੜੇ ਪ੍ਰਭੂ ਨੂੰ ਯਾਦ ਕਰਨ ਵਾਲੇ ਉਹ ਬੇਮੁਹਤਾਜ ਹਨ। ਬੇਮੁਹਤਾਜ ਹੁੰਦਾ ਜਿਹੜਾ ਕਿਸੇ ਦਾ ਮਥਾਜ ਨਾ ਹੋ। ਅਸੀਂ ਸਾਧ ਸੰਗਤ ਜੀ ਸਾਰੇ ਇੱਕ ਦੂਜੇ ਦੇ ਮਥਾਜ ਹਾਂ। ਸਾਨੂੰ ਜੀਵਾਂ ਨੂੰ ਜੀਵਾਂ ਤਾਈਂ ਕੰਮ ਪਿਆ ਹੀ ਰਹਿੰਦਾ। ਕੰਮ ਵੀ ਕਾਹਦਾ ਸਾਧ ਸੰਗਤ ਜੀ? ਉਹ ਬਸ ਮਾਇਆ ਕਾ ਸੰਬੰਧ। ਮਾਇਆ ਦਾ ਜਹ ਦੇਖਾ ਤਹ ਜੇਵਰੀ, ਮਾਇਆ ਕਾ ਸੰਬੰਧ। ਮਹਾਰਾਜ ਕਹਿੰਦੇ ਮਾਇਆ ਰੂਪੀ ਰੱਸੀ ਸਾਰੇ ਪਾਸੇ ਹੀ ਪਈ ਹੋਈ, ਸਾਰਿਆਂ ਜੀਵਾਂ ਨੂੰ ਪੈਂਖੜ ਮਾਰਿਆ ਹੋਇਆ। ਇਹ ਮਾਇਆ ਦੀ ਰੱਸੀ ਨਾਲ ਸਾਰੇ ਬੱਧੇ ਹੋਏ ਆ, ਸਾਰੇ ਹੀ ਮਥਾਜ ਹਨ ਮਾਇਆ ਦੇ ਉਹ ਮੂਲ ਰੂਪ ਵਿੱਚ। ਜਾਂ ਸਾਧ ਸੰਗਤ ਦੀ ਮਨੁੱਖ ਤੇ ਟੇਕ ਰੱਖਦੇ ਹਾਂ। ਮਥਾਜ ਅਸੀਂ ਪਰਿਵਾਰ ਦੇ ਹਾਂ, ਮਥਾਜ ਅਸੀਂ ਪੁੱਤਰਾਂ ਦੇ ਹਾਂ। ਵੀ ਮੇਰੇ ਘਰ ਪੁੱਤਰ ਹੋਇਆ ਹੈ, ਇਹ ਵੱਡਾ ਹੋਵੇਗਾ, ਮੈਨੂੰ ਸੁੱਖ ਦੇਵੇਗਾ। ਉਹਦੇ ਮਥਾਜ ਸਾਰੀ ਜ਼ਿੰਦਗੀ ਸਾਧ ਸੰਗਤ ਜੀ ਉਹਨੂੰ ਪਾਲਦੇ ਹਾਂ, ਪੋਸ਼ਦੇ ਹਾਂ। ਉਹਦੇ ਮਗਰ ਇਹੀ ਮਨਸਾ ਇੱਛਾ ਹੁੰਦੀ ਹੈ ਵੀ ਇਹ ਵੱਡਾ ਹੋ ਕੇ ਮੈਨੂੰ ਸੁੱਖ ਦੇਵੇਗਾ। ਜੇ ਕੋਈ ਸੁੱਖ ਨਾ ਦੇਵੇ, ਉਹੀ ਮਾਂ ਬਾਪ ਫਿਰ ਇਹੀ ਕਹਿੰਦੇ ਸੁਣੀਂਦੇ ਆ ਕਿ ਇਹਦੋਂ ਜੰਮਦਾ ਹੀ ਨਾ। ਭਾਵ ਕਿ ਅਸੀਂ ਤੈਨੂੰ ਤਾਂ ਜੰਮਿਆ ਸਾਨੂੰ ਸੁੱਖ ਦੇਵੇਂਗਾ। ਜੇ ਬੱਚਾ ਸੁੱਖ ਨਾ ਦੇਵੇ, ਨਲਾਇਕ ਨਿਕਲ ਆਵੇ, ਤੇ ਮਾਂ ਬਾਪ ਕਹਿੰਦੇ ਵੀ ਤੂੰ ਜੰਮਦਾ ਹੀ ਨਾ। ਭਾਵ ਅਸੀਂ ਤੈਨੂੰ ਜੰਮਿਆ ਕਿਉਂ ਹੈ? ਤੇ ਇੱਥੋਂ ਸੁੱਖ ਲੈਣਾ। ਇਸ ਤਰ੍ਹਾਂ ਸਾਧ ਸੰਗਤ ਜੀ ਇੱਕ ਨੂੰ ਇੱਕ ਸਾਰੇ ਜੁੜੇ ਹੋਏ ਆ ਆਪਣੇ ਮਤਲਬ ਦੇ ਪ੍ਰਥਾਏ। ਮਨੋਰਥ ਕਾਰਜ ਸਿੱਧੀ, ਮਨੋਰਥ ਸਿੱਧੀ ਵਾਸਤੇ ਸਾਰੇ ਜੀਵ ਇੱਕ ਦੂਜੇ ਦਾ ਪ੍ਰੇਮ ਕਰ ਰਹੇ, ਮੋਹ ਕਰ ਰਹੇ ਆ। ਫਿਰ ਮਥਾਜ ਹੁੰਦੇ ਆ, ਕਾਰਜ ਦੇ ਮਥਾਜ, ਮਾਇਆ ਦੇ ਮਥਾਜ ਹਨ। ਵੀ ਆ ਮੇਰਾ ਕੰਮ ਜੇ ਫਲਾਣਾ ਨਾ ਕਰੇ ਤੇ ਮੈਂ ਬਚਦਾ ਨਹੀਂ। ਆਹ ਕੰਮ ਜੇ ਮੇਰਾ ਫਲਾਣਾ ਨਾ ਹੁੰਦਾ ਤੇ ਮੇਰਾ ਕੀ ਬਣਦਾ? ਇਹ ਮਨ ਵਿੱਚ ਭਰਮ ਪਿਆ ਹੋਇਆ ਮਥਾਜਗੀ ਦੇ ਕਾਰਨ। ਮਹਾਰਾਜ ਕਹਿੰਦੇ ਭਾਈ ਮਥਾਜ ਸਾਰਾ ਸੰਸਾਰ ਹੀ ਮਥਾਜ ਹੈ। ਤੇ ਜਿਹੜੇ ਨਾਮ ਜਪਦੇ ਉਹ ਇਕੱਲੇ ਹੀ ਹੈ ਜਿਹੜੇ ਬੇਮੁਥਾਜ ਹਨ, ਜਿਹੜੇ ਕਿਸੇ ਦੇ ਆਸਰੇ ਨਹੀਂ, ਕਿਸੇ ਦਾ ਆਸਰਾ ਨਹੀਂ ਤੱਕਦੇ। ਆਦਨ ਸ਼ਹਿਰ ਦੇ ਵਿੱਚ ਸਾਧ ਸੰਗਤ ਜੀ ਇੱਕ ਬੜਾ ਭਾਰੀ ਪ੍ਰਤਾਪੀ ਰਾਜਾ ਹੋਇਆ। ਔਰ ਉਹ ਰਾਜੇ ਨੂੰ ਕਿਸੇ ਤਰ੍ਹਾਂ ਕੋਈ ਫਕੀਰ ਮਿਲਿਆ। ਉਹਨੇ ਸਾਧ ਸੰਗਤ ਦੀ ਐਸੀ ਚੋਟ ਮਾਰੀ ਇਸ ਰਾਜੇ ਨੂੰ
ਉਹ ਰਾਜੇ ਨੇ ਸਾਰਾ ਘਰ-ਬਾਰ ਸਭ ਕੁਝ ਤਿਆਗ ਕੇ ਆਪਣੇ ਪੁੱਤਰ ਨੂੰ ਦੇ ਦਿੱਤਾ ਰਾਜ ਭਾਗ। ਤੇ ਅਦਨ ਸ਼ਹਿਰ ਦਾ ਜਿਹੜਾ ਵੱਡਾ ਰਾਜਾ ਸੀ ਆਪ, ਉਹ ਫਕੀਰ ਹੋ ਗਿਆ। ਘਰ-ਬਾਰ ਛੱਡ ਦਿੱਤਾ, ਆਪਦੇ ਪੁੱਤਰ ਨੂੰ ਦੇ ਦਿੱਤਾ ਤੇ ਆਪ ਫਕੀਰ ਹੋ ਗਿਆ, ਜੰਗਲਾਂ ਨੂੰ ਚਲਾ ਗਿਆ। ਇਹਦਾ ਪੁੱਤਰ ਰਾਜ ਭਾਗ ਤੇ ਬੈਠਾ। ਬੜੇ ਸਾਲ ਇਹਨੂੰ ਬੰਦਗੀ ਕਰਦਿਆਂ ਜੰਗਲ ਵਿੱਚ ਬਤੀਤ ਗਏ। ਕਿਸੇ ਤਰ੍ਹਾਂ ਉਹ ਫਕੀਰ ਹੋਇਆ ਰਾਜਾ, ਤੁਰਦਾ ਹੋਇਆ ਤੇ ਅਦਨ ਸ਼ਹਿਰ ਦੇ ਬਾਹਰ ਨਦੀ ਦੇ ਕਿਨਾਰੇ ਜਾ ਬੈਠਾ। ਕਿਸੇ ਨੇ ਸਿਆਣ ਲਿਆ ਵੀ ਇਹ ਤਾਂ ਸਾਡਾ ਰਾਜਾ ਹੈ। ਉਹਨਾਂ ਜਾ ਕੇ ਇਹਦੇ ਪੁੱਤਰ ਨੂੰ ਦੱਸਿਆ ਵੀ ਤੇਰਾ ਪਿਤਾ ਤਾਂ ਨਦੀ ਦੇ ਕਿਨਾਰੇ ਬੈਠਾ ਹੈ, ਫਕੀਰ ਹੋਇਆ। ਉਹ ਰਾਜੇ ਦਾ ਪੁੱਤਰ ਆਪਦੀ ਪਤਨੀ ਸਮੇਤ, ਆਪਦੀ ਮਾਂ ਦੇ ਸਮੇਤ ਇਹਦੇ ਪਾਸ ਆਇਆ। ਕਹਿੰਦਾ ਪਿਤਾ ਜੀ ਚਲੋ ਚੱਲੀਏ, ਘਰ ਜਾਂਦੇ ਹਾਂ। ਇੰਨੇ ਰਾਜ ਭਾਗ, ਇੰਨਾ ਮੈਂ ਰਾਜ ਤੁਹਾਡੇ ਪਿੱਛੋਂ ਵਧਾ ਦਿੱਤਾ। ਉਹ ਫਕੀਰ ਕਹਿੰਦਾ ਨਾ, ਤੂੰ ਹੁਣ ਸਾਡਾ ਕੁਝ ਨਹੀਂ ਲੱਗਦਾ। ਤੂੰ ਰਾਜਾ ਹੈ ਤੇ ਆਪਦਾ ਰਾਜ ਭਾਗ ਸਾਂਭ, ਤੂੰ ਸਾਥੋਂ ਕੀ ਲੈਣਾ। ਉਹ ਕਹਿੰਦਾ ਨਹੀਂ ਪਿਤਾ ਜੀ, ਮੈਨੂੰ ਲੋਕ ਮਖੌਲ ਕਰਦੇ ਆ ਵੀ ਤੂੰ ਨਲਾਇਕ ਨਿਕਲਿਆ ਤੇ ਤੇਰਾ ਪਿਤਾ ਤੇਰੇ ਦੁੱਖੋਂ ਫਕੀਰ ਹੋ ਗਿਆ। ਉਹ ਸਾਧੂ ਕਹਿੰਦਾ ਵੀ ਐਸੀ ਕੋਈ ਗੱਲ ਨਹੀਂ, ਅਸੀਂ ਤਾਂ ਸੱਚ ਜਦੋਂ ਜਾਣ ਲਈਏ ਫਿਰ ਉਦੋਂ ਸੱਚੇ ਰਸਤੇ 'ਤੇ ਤੁਰੀਦਾ। ਅਸੀਂ ਤੇਰੇ ਨਾਲ ਘਰ ਜਾ ਕੇ, ਮਹਿਲ ਵਿੱਚ ਜਾ ਕੇ ਕੀ ਕਰਾਂਗੇ, ਅਸੀਂ ਫਕੀਰ ਲੋਕ ਹਾਂ, ਤੂੰ ਹੁਣ ਰਾਜਾ ਹੈ। ਉਹ ਕਹਿੰਦਾ ਨਹੀਂ ਪਿਤਾ ਜੀ, ਮੇਰੇ ਹੁਕਮ ਸਾਰਿਆਂ 'ਤੇ ਚੱਲਦਾ, ਤੁਹਾਨੂੰ ਜੋ ਕਹੋਗੇ ਉਹੀ ਸੁੱਖ ਮੈਂ ਦਵਾ ਦੇਵਾਂਗਾ। ਮੈਂ ਹੁਣ ਰਾਜਾ, ਮੇਰਾ ਹੁਕਮ ਸਾਰਿਆਂ 'ਤੇ ਚੱਲਦਾ, ਸਭ ਮੇਰਾ ਹੁਕਮ ਮੰਨਦੇ ਆ। ਉਹ ਫਕੀਰ ਜਿਹੜਾ ਸੀ ਸਾਧ ਸੰਗਤ ਜੀ ਪਿਤਾ ਰਾਜੇ ਦਾ, ਉਹ ਗੋਦੜੀ ਸਿਉਵੇਂ ਪਿਆ ਸੂਈ ਨਾਲ ਆਪਦੀ। ਉਹ ਖਿੰਥਾ ਜੀ ਸਿਉਈ ਗਿਆ। ਇਹ ਕੋਲ ਖੜਾ ਪੁੱਤਰ ਆਖੇ ਪਿਤਾ ਜੀ ਮੇਰੀ ਸਾਰੇ ਸੰਸਾਰ ਤੇ ਹਕੂਮਤ ਚੱਲਦੀ, ਇੱਕ ਮੂੰਹ ਬੋਲ ਕੱਢਾਂ ਉਸੇ ਵੇਲੇ ਹੀ ਸੇਵਕਾਂ ਦੀਆਂ ਲੈਣਾਂ ਲੱਗ ਜਾਂਦੀਆਂ, ਸਭ ਤੇ ਮੇਰਾ ਹੁਕਮ ਚੱਲਦਾ। ਇਹ ਫਕੀਰ ਨੇ ਸਾਧ ਸੰਗਤ ਜੀ ਸੂਈ ਨੂੰ ਧਾਗਾ ਤੋੜ ਕੇ ਨਦੀ ਵਿੱਚ ਸੁੱਟ ਦਿੱਤੀ ਤੇ ਆਪਦੇ ਪੁੱਤਰ ਨੂੰ ਕਹਿੰਦਾ ਲੈ ਲੱਭ, ਕੱਢ ਦੇ। ਉਹ ਹੱਸ ਕੇ ਕਹਿੰਦਾ ਪਿਤਾ ਜੀ ਸੂਈ ਦਾ ਕੀ ਹੈ, ਆਪਾਂ ਹੋਰ ਲੈ ਲਵਾਂਗੇ। ਉਹ ਕਹਿੰਦਾ ਪਿਤਾ, ਫਕੀਰ ਕਹਿੰਦਾ ਨਹੀਂ, ਤੂੰ ਕਹਿਣਾ ਹੈ ਨਾ ਵੀ ਮੇਰਾ ਹੁਕਮ ਸਾਰਿਆਂ 'ਤੇ ਚੱਲਦਾ, ਲੈ ਸੂਈ ਲੱਭ ਕੇ ਦੇ। ਫੌਜਾਂ ਵਾੜੀਆਂ, ਗੋਤਾਖੋਰ ਸਭ ਲੱਭਣ, ਹੁਣ ਸੂਈ ਪਾਣੀ 'ਚ ਕਿੱਥੇ ਲੱਭਦੀ, ਨਦੀ 'ਚੋਂ ਨਾ ਲੱਭੀ। ਉਹ ਹੰਬ ਕੇ ਪੁੱਤਰ ਕਹਿੰਦਾ ਪਿਤਾ ਜੀ ਬੌਰੇ ਹੋ ਗਏ ਹੋ, ਸੂਈ ਦੀ ਕਿਹੜੀ ਗੱਲ ਹੈ, ਮੈਂ ਹੋਰ ਲੈ ਦੇਣਾ। ਉਹ ਪਿਤਾ ਜੀ ਕਹਿੰਦੇ ਨਹੀਂ, ਤੂੰ ਕਹਿੰਦਾ ਸੀ ਮੇਰਾ ਹੁਕਮ ਸਭ ਪਾਸੇ ਚੱਲਦਾ ਤੇ ਲੱਭੀ ਤੇ ਇੱਥੋਂ ਸੂਈ ਨਹੀਂ। ਫਿਰ ਇਹਨੇ ਸਾਧ ਸੰਗੀ ਫਕੀਰ ਨੇ ਵਰਨ ਦੇਵਤੇ ਨੂੰ ਆਖਿਆ ਵੀ ਮੇਰੀ ਸੂਈ ਲੱਭ ਕੇ ਦਿੱਤੀ ਜਾਵੇ। ਉਹ ਮੱਛੀ ਦਾ ਰੂਪ ਧਾਰ ਕੇ ਮੂੰਹ ਵਿੱਚ ਸੂਈ ਪਕੜ ਕੇ ਤੇ ਪਾਣੀ 'ਚੋਂ ਬਾਹਰ ਆ ਗਈ, ਇਹਦੀ ਤਲੀ ਤੇ ਰੱਖ ਦਿੱਤੀ। ਉਹ ਬਹੁਤ ਹੈਰਾਨ ਹੋਇਆ ਤੇ ਫਕੀਰ ਕਹਿੰਦਾ ਕਿ ਭਾਈ ਤੇਰਾ ਹੁਕਮ ਤਾਂ ਸੂਈ ਲੱਭਣ ਤੱਕ ਵੀ ਨਹੀਂ ਹੈ, ਤੇਰੇ ਹੁਕਮ ਨਾਲ ਤਾਂ ਸੂਈ ਨਹੀਂ ਲੱਭਦੀ ਤੇ ਤੂੰ ਕਹਿਣਾ ਵੀ ਮੇਰਾ ਹੁਕਮ ਸਾਰੇ ਪਾਸੇ ਚੱਲਦਾ। ਅਸੀਂ ਤੇਰੇ ਰਾਜ ਭਾਗ ਦੇ ਮਥਾਜ ਨਹੀਂ, ਸਭ ਕੁਝ ਝੂਠਾ ਹੈ। ਕੂੜ ਹੈ ਰੇ ਕੂੜ ਮਨ ਮੂੜ ਲੱਗ, ਇਹ ਕੂੜ ਹੈ ਝੂਠਾ ਹੈ। ਪ੍ਰਭ ਕੋ ਸਿਮਰਹਿ ਸੇਬੇ ਮੁਹਤਾਜੇ, ਜਿਹੜੇ ਪ੍ਰਭੂ ਪਰਮੇਸ਼ਰ ਦੀ ਬੰਦਗੀ ਵਾਲੇ ਹਨ ਉਹ ਬੇਮਥਾਜ ਹਨ, ਕਿਸੇ ਵੀ ਪ੍ਰਕਾਰ ਦੀ ਮਥਾਜੀ ਨਹੀਂ, ਅਧੀਨਗੀ ਨਹੀਂ, ਉਹ ਸੁਤੰਤਰ ਹਨ ਸਾਧੂ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਸਾਧ ਸੰਗਤ ਜੀ ਜਦੋਂ ਬੀੜ ਸਾਹਿਬ ਦੇ ਪਾਵਨ ਸਥਾਨ 'ਤੇ ਉਹ ਗੁਰੂ ਘਰ ਦੀ ਜ਼ਮੀਨ ਸਾਰੀ ਵਾਹਿਆ ਕਰਦੇ, ਵੇਖਿਆ ਕਰਦੇ। ਆਪਣੀਆਂ ਕਈ ਵਾਰ ਸਾਖੀ ਸੁਣੀ ਹੈ, ਸਾਧੂ ਸੁਤੰਤਰ ਹੁੰਦਾ ਤੇ ਮਾਤਾ ਗੰਗਾ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬਚਨਾਂ ਸਦਕਾ ਬਾਬਾ ਬੁੱਢਾ ਸਾਹਿਬ ਜੀ ਦੇ ਪਾਸ ਗਏ ਸੀ ਰੱਥਾਂ ਘੋੜਿਆਂ ਤੇ ਚੜ੍ਹ ਕੇ। ਜਦੋਂ ਗਏ ਤੇ ਬਾਬਾ ਬੁੱਢਾ ਸਾਹਿਬ ਜੀ ਮਾਤਾ ਗੰਗਾ ਜੀ ਦੇ ਬੈਠਿਆਂ ਹੋਇਆਂ ਕਹਿੰਦੇ ਕਿ ਅੱਜ ਗੁਰੂ ਕਿਆਂ ਨੂੰ ਕਿੱਧਰ ਭਾਜੜ ਪੈ ਗਈ, ਗੁਰੂ ਕੇ ਮਹਿਲਾਂ ਨੂੰ ਕਿੱਧਰ ਭਾਜੜ ਪਈ ਹੈ। ਉੱਥੇ ਸਾਧ ਸੰਗਤ ਜੀ ਇੱਕ ਸੇਵਾਦਾਰ ਸਿੱਖ ਆਇਆ ਸੀ ਮਾਤਾ ਗੰਗਾ ਜੀ ਦੇ ਨਾਲ,
ਅੰਮ੍ਰਿਤਸਰੋਂ ਨਾਲ ਹੀ। ਉਹਨੇ ਮਨ ਵਿੱਚ ਬੜਾ ਗੁੱਸਾ ਮਨਾਇਆ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਮਹਿਲ ਮਾਤਾ ਗੰਗਾ ਜੀਆਂ ਨੂੰ ਬਾਬਾ ਬੁੱਢਾ ਸਾਹਿਬ ਜੀ ਕਿਵੇਂ ਬੋਲ ਰਹੇ ਆ ਵੀ ਗੁਰੂ ਕਿਆਂ ਨੂੰ ਕਿੱਧਰ ਭਾਜੜ ਪੈ ਗਈ, ਵੀ ਇਹ ਭੈ ਨਹੀਂ ਮੰਨਦੇ। ਤੇ ਬਾਬਾ ਬੁੱਢਾ ਸਾਹਿਬ ਜੀ ਸਾਧ ਸੰਗਤ ਜੀ ਇੰਨੇ ਸੁਤੰਤਰ ਸੀ ਕਿ ਜੋ ਮਨ ਵਿੱਚ ਸੀ ਸਿੱਧਾ ਹੀ ਕਹਿ ਦਿੱਤਾ ਗੁਰੂ ਕੇ ਮਹਿਲਾਂ ਨੂੰ ਕਿੱਧਰ ਭਾਜੜ ਪੈ ਗਈ। ਇੰਨੇ ਸੁਤੰਤਰ ਸਨ। ਇਹ ਨਹੀਂ ਗੁਰੂ ਕਰਦਾ ਪੈ ਨਹੀਂ, ਪੈ ਤਾਂ ਸੀ ਪਰ ਮਨ ਵਿੱਚ ਕੋਈ ਸਾਧ ਸੰਗਤ ਜੀ ਸਾਧੂ ਬੋਲਿਆ ਸਹਿਜ ਸੁਭਾਏ, ਮਨ ਵਿੱਚ ਕੋਈ ਵਾਲਛਲ ਨਹੀਂ ਸੀ। ਉਹ ਜਿਹੜਾ ਸੇਵਕ ਸੀ ਉਹ ਅੱਖਾਂ ਜੀਆਂ ਕੱਢੇ ਬਾਬਾ ਬੁੱਢਾ ਸਾਹਿਬ ਜੀ ਵੱਲ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਓਏ ਅਸੀਂ ਜਾਣੀਏ ਗੁਰੂ ਕੇ ਜਾਣੀਏ, ਤੂੰ ਕਿਉਂ ਵਿੱਚ ਅੱਖਾਂ ਜੀਆਂ ਕੱਢਦਾ, ਸੂਰ ਵਾਂਗੂ ਵੇਖੀ ਜਾਂਦਾ। ਐਸੇ ਸਾਧ ਸੰਗਤ ਜੀ ਸੁਤੰਤਰ ਹਨ ਸਾਧੂ ਜਿਹੜੇ ਨਾਮ ਰਸੀ ਹਨ। ਉਹ ਕਿਸੇ ਦੇ ਸਾਧ ਸੰਗਤ ਜੀ ਪਰਮੇਸ਼ਰ ਗੁਰੂ ਤੋਂ ਬਿਨਾਂ ਕਿਸੇ ਦੇ ਮੁਹਤਾਜ ਨਹੀਂ ਹਨ, ਸੁਤੰਤਰ ਹਨ, ਬੇਮੁਹਤਾਜੇ। ਬਾਕੀ ਸਾਰਾ ਸੰਸਾਰ ਹੀ ਸਾਧ ਸੰਗਤ ਜੀ ਕਿਸੇ ਦੀ ਮੁਹਤਾਜਗੀ ਰੱਖਦਾ। ਮੈਨੂੰ ਫਲਾਣਾ ਨਾ ਹੋਇਆ ਤੇ ਮੇਰਾ ਕੀ ਬਣੇਗਾ, ਮੈਨੂੰ ਆਹ ਵਸਤੂ ਨਾ ਮਿਲੀ। ਕੁਝ ਪਦਾਰਥਾਂ ਦੇ ਮੁਹਤਾਜ ਹਨ, ਕੁਝ ਮਾਇਆ ਦੇ ਮੁਹਤਾਜ ਹਨ, ਕੋਈ ਸਾਧ ਸੰਗਤ ਜੀ ਮੋਹ ਦੇ ਕਾਰਨ ਧੀਆਂ ਪੁੱਤਰਾਂ ਦੇ ਮੁਹਤਾਜ ਹਨ। ਹੈ ਸਾਰਾ ਸੰਸਾਰ ਮੁਹਤਾਜ, ਪਰ ਜੇ ਮੁਹਤਾਜ ਨਹੀਂ ਬੇਮੁਹਤਾਜ ਹਨ ਉਹ ਪ੍ਰਭ ਕੋ ਸਿਮਰਹਿ। ਜਿਨ੍ਹਾਂ ਪ੍ਰਭੂ ਦਾ ਸਿਮਰਨ ਕੀਤਾ ਹੈ ਪ੍ਰਭ ਕਾ ਸਿਮਰਹਿ ਸੇ ਸਰਬ ਕੇ ਰਾਜੇ। ਰਾਜਾ ਕੌਣ ਹੈ ਸੰਸਾਰ ਦੇ ਅੰਦਰ? ਉਸ ਤਰ੍ਹਾਂ ਸਾਧ ਸੰਗਤ ਜੀ ਹਰੇਕ ਦੇਸ਼ ਦਾ, ਹਰੇਕ ਸਟੇਟ ਦਾ, ਹਰੇਕ ਖਿੱਤੇ ਦਾ ਆਪੋ ਆਪਣਾ ਰਾਜਾ ਹੈ। ਰਾਜਾ ਕੌਣ ਹੈ ਅਸਲੀ? ਐਂ ਤਾਂ ਸਾਰੀ ਪ੍ਰਿਥਵੀ ਵੀ ਜਿੱਤ ਲਵੇ ਕੋਈ। ਵੱਡੇ ਵੱਡੇ ਮਹਾਨ ਵੱਡੇ ਦੇਸ਼ਾਂ ਦੇ, ਸ਼ਕਤੀਸ਼ਾਲੀ ਦੇਸ਼ਾਂ ਦੇ ਰਾਜੇ ਹਨ, ਪਰ ਮਹਾਰਾਜ ਕਹਿੰਦੇ ਸਾਰੇ ਹੀ ਝੂਠੇ ਹੈ। ਜੇ ਮਹਾਰਾਜ ਜੀ ਝੂਠੇ ਹਨ ਤੇ ਅਸਲੀ ਰਾਜਾ ਕੌਣ ਹੈ? ਮਹਾਰਾਜ ਕਹਿੰਦੇ ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ। ਜਿਹੜੇ ਪ੍ਰਭੂ ਪਰਮੇਸ਼ਰ ਨੂੰ ਜਪਣ ਵਾਲੇ ਆ ਉਹ ਸਾਰਿਆਂ ਦੇ ਰਾਜੇ ਹਨ, ਇਕੱਲੇ ਇਸ ਇੱਕ ਖਿੱਤੇ ਦੇ ਰਾਜੇ ਨਹੀਂ, ਉਹ ਸਾਰੇ ਸੰਸਾਰ ਦੇ ਰਾਜੇ ਹਨ ਜਿਨ੍ਹਾਂ ਨੇ ਪ੍ਰਭੂ ਨੂੰ ਸਿਮਰਿਆ ਹੈ। ਪ੍ਰਭ ਕਾ ਸਿਮਰਹਿ ਸੇ ਸੁਖ ਵਾਸੀ। ਤੇ ਸੁਖ ਕਿਹਦੇ ਪਾਸ ਹੈ? ਅੱਗੇ ਮਹਾਰਾਜ ਨੂੰ ਪੁੱਛੀਏ ਬੇਨਤੀ ਕਰਕੇ ਸੱਚੇ ਪਾਤਸ਼ਾਹ ਜੀ, ਸੰਸਾਰ ਸੁਖ ਕੋ ਮੰਗੈ ਸਭ ਕੋ ਦੁੱਖ ਨਾ ਮੰਗੈ ਕੋਈ। ਸੰਸਾਰ ਵਿੱਚ ਸਾਰੇ ਹੀ ਸੁੱਖ ਮੰਗਦੇ ਹੈ ਪਰ ਮਹਾਰਾਜ ਸੁੱਖ ਮਿਲਦਾ ਨਹੀਂ। ਸੁਖੀ ਕੌਣ ਹੈ ਸੰਸਾਰ ਅੰਦਰ? ਤਾਂ ਸਤਿਗੁਰੂ ਕਿਰਪਾ ਕਰਦੇ ਹੈ ਭਾਈ ਸੁਖੀ ਹੈਨ। ਕੌਣ ਹੈ ਸੁਖੀ? ਮਹਾਰਾਜ ਕਹਿੰਦੇ ਪ੍ਰਭ ਕੋ ਸਿਮਰਹਿ ਸੇ ਸੁਖ ਵਾਸੀ। ਜਿਹੜੇ ਪ੍ਰਭੂ ਨੂੰ ਸਿਮਰਦੇ ਹੈ ਉਹ ਸੁਖ ਦੇ ਵਾਸੀ ਹਨ, ਸੁਖਾਂ ਵਿੱਚ ਉਹਨਾਂ ਦਾ ਵਾਸਾ ਹੈ। ਸਦਾ ਸੁਖਾਂ ਦੇ ਵਿੱਚ ਉਮਰਾਂ ਬਤੀਤ ਕਰਦੇ ਆ, ਆਨੰਦ ਸੁਖ ਮਾਣਦੇ ਹਨ। ਕੱਲਾ ਸਾਧ ਸੰਗਤ ਜੀ ਨਾਮ ਰਸੀਏ ਹੀ ਸੌਖਾ ਹੈ, ਬਾਕੀ ਸਾਰੇ ਦਾ ਸਾਰਾ ਸੰਸਾਰ ਹੀ ਦੁਖੀ ਹੈ। ਕੋਈ ਕਿਸੇ ਪੱਖ ਤੋਂ ਦੁਖੀ ਹੈ, ਕੋਈ ਕਿਸੇ ਪੱਖ ਤੋਂ ਦੁਖੀ ਹੈ। ਨਾਮ ਤੋਂ ਬਿਨਾਂ ਸਾਧ ਸੰਗਤ ਜੀ ਸਾਰਾ ਸੰਸਾਰ ਹੀ ਦੁਖੀ ਹੈ। ਵੱਡੇ ਵੱਡੇ ਜੋ ਦੀਸੈ ਲੋਗ ਤਿਨ ਕਉ ਵਿਆਪ ਹੈ ਚਿੰਤਾ ਰੋਗ। ਸਾਰਾ ਸੰਸਾਰ ਦੁੱਖ ਦੇ ਨਾਲ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆ ਕਿ ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ। ਅਸੀਂ ਸਾਰਾ ਹੀ ਸੰਸਾਰ ਵੇਖਿਆ ਪਰ ਨਾਮ ਤੋਂ ਬਿਨਾਂ ਸੁਖ ਨਹੀਂ ਕਿਤੇ ਵੀ। ਨਾਮ ਤੋਂ ਬਿਨਾਂ ਸਾਰਾ ਸੰਸਾਰ ਹੀ ਸਾਧ ਸੰਗਤ ਜੀ ਤੜਫ ਰਿਹਾ ਹੈ, ਬਿਰਲਾਪ ਕਰ ਰਿਹਾ ਹੈ। ਅਸਲੀ ਸੁਖਾਂ ਦੇ ਵਾਸੀ ਉਹ ਹਨ ਜਿਹੜੇ ਪ੍ਰਭੂ ਨੂੰ ਸਿਮਰਨ ਵਾਲੇ, ਨਾਮ ਜਪਦੇ ਹਨ। ਪ੍ਰਭ ਕਾ ਸਿਮਰਹਿ ਸਦਾ ਅਬਿਨਾਸੀ। ਜਿਹੜੇ ਅਬਿਨਾਸੀ ਨਾਸ਼ ਤੋਂ ਰਹਿਤ ਪ੍ਰਭੂ ਦਾ ਸਿਮਰਨ ਕਰਦੇ ਉਹ ਆਪ ਵੀ ਅਬਿਨਾਸ਼ੀ ਹਨ। ਉਹਨਾਂ ਦਾ ਕਦੇ ਨਾਸ਼ ਨਹੀਂ, ਮਰਨਹਾਰ ਇਹੋ ਜੀੜਾ ਨਹੀਂ। ਇਹ ਗੱਲ ਜਾਣਾਂਗੇ ਕਿਵੇਂ? ਜਦੋਂ ਨਾਮ ਜਪਾਂਗੇ। ਤੋ ਨਾਮ ਰਸੀਏ ਜਿਹੜੇ ਹਨ ਅਬਿਨਾਸ਼ੀ ਪਰਮੇਸ਼ਰ ਦੀ ਬੰਦਗੀ ਕਰਨ ਵਾਲੇ, ਉਹ ਆਪ ਵੀ ਨਾਸ਼ ਤੋਂ ਰਹਿਤ ਹੋ ਜਾਂਦੇ, ਮੁਕਤ ਹੋ ਜਾਂਦੇ ਹਨ, ਪਰਮੇਸ਼ਰ ਵਿੱਚ ਲੀਨ ਹੋ ਜਾਂਦੇ ਆ। ਸਿਮਰਨ ਤੇ ਲਾਗੇ ਜਿਨ ਆਪ ਦਇਆਲਾ। ਮਹਾਰਾਜ ਨੇ ਸਿਮਰਨ ਦੀ ਬੜੀ ਮਹਿਮਾ ਦੱਸੀ ਹੈ। ਨਾਮ ਰਸੀਏ ਰਾਜੇ ਹੈ, ਨਾਮ ਰਸੀਏ ਅਸਲੀ ਪਤ ਵਾਲੇ ਹੈ, ਧਨ ਵਾਲੇ ਹੈ। ਪਰ ਸੱਚੇ ਪਾਤਸ਼ਾਹ ਜੀ ਨਾਮ ਜਪ, ਸਾਨੂੰ ਹੀ ਨਾਮ ਦੀ ਦਾਤ ਬਖਸ਼ੋਗੇ? ਮਹਾਰਾਜ ਕਹਿੰਦੇ ਜ਼ਰੂਰ ਭਾਈ। ਨਾਮ ਜਪਦਾ ਕੌਣ ਹੈ? ਨਾਮ ਉਹ ਜਪਦਾ ਹੈ ਸਾਧ ਸੰਗਤ ਜੀਓ
ਨਾਨਕ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਕਹਿੰਦੇ, ਸਿਮਰਨ ਤੇ ਲਾਗੇ ਜਿਨ ਆਪ ਦਇਆਲਾ। ਸਿਮਰਨ ਕਰਨ ਕੌਣ ਲੱਗੇ ਆ? ਨਾਮ ਕੌਣ ਜਪਦੇ ਆ? ਜਿਸਨੋ ਤੂੰ ਜਾਣ ਆਏ ਸੋਈ ਜਨ ਜਾਣ। ਹਰ ਗੁਣ ਸਦ ਹੀ ਆਖ ਵਖਾਣ। ਸਿਮਰਨ ਤੇ ਲਾਗੇ ਜਿਨ ਆਪ ਦਇਆਲਾ। ਮਹਾਰਾਜ ਸਿਮਰਨ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਲੱਗਦੇ ਆ ਸਿਮਰਨ ਕਰਨਾ ਜਿਨ੍ਹਾਂ ਤੇ ਪ੍ਰਭੂ ਪਰਮੇਸ਼ਰ ਜੀ ਤੁਸੀਂ ਆਪ ਦਇਆ ਕਰਦੇ ਹੋ। ਆਪ ਦੀ ਸਿਆਣਪ ਦੇ ਨਾਲ ਖਾਲਸਾ ਜੀ ਚਤੁਰਾਈ ਨਾ ਚਤੁਰਭੁਜ ਪਾਈ ਹੈ। ਆਪ ਦੀ ਚਤੁਰਾਈ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ, ਨਾ ਹੀ ਨਾਮ ਜਪਿਆ ਜਾਵੇ। ਨਾਮ ਉਹੀ ਜਪ ਸਕਦੇ ਹਨ, ਨਾਮ ਉਹੀ ਜਿਨ੍ਹਾਂ ਨੂੰ ਨਾਮ ਪ੍ਰਾਪਤ ਹੋਇਆ, ਉਹਨਾਂ ਨੂੰ ਹੀ ਨਾਮ ਪ੍ਰਾਪਤ ਹੋਇਆ ਹੈ ਜਿਨ੍ਹਾਂ ਤੇ ਪ੍ਰਭੂ ਪਰਮੇਸ਼ਰ ਗੁਰੂ ਨਾਨਕ ਦੇਵ ਜੀ ਮਹਾਰਾਜ ਦਇਆ ਕਰਦੇ। ਸਤਿਗੁਰਾਂ ਦੀ ਦਇਆ ਤੋਂ ਬਿਨਾਂ ਸਾਧ ਸੰਗਤ ਦੀ ਨਾਮ ਜਪਣਾ ਵੀ ਔਖਾ ਹੈ। ਗੁਰੂ ਘਰ ਆ ਕਰਕੇ ਵੀ ਨਾਮ ਨਹੀਂ ਜਪਿਆ ਜਾਂਦਾ, ਗੁਰੂ ਘਰ ਰਹਿ ਕਰਕੇ ਨਾਮ ਨਹੀਂ ਜਪਿਆ ਜਾਂਦਾ। ਸਾਰੀ ਉਮਰ ਗੁਰੂ ਘਰਾਂ ਦੇ ਵਿੱਚ ਬਤੀਤ ਕਰਕੇ ਵੀ ਸਾਧ ਸੰਗਤ ਜੀ ਪਰਮੇਸ਼ਰ ਤੋਂ ਦੂਰ ਹੀ ਰਹੀਦਾ, ਜੋੜ ਪੈਂਦਾ ਹੀ ਨਹੀਂ। ਪੈਂਦਾ ਉਹਨਾਂ ਸਮਾਂ ਨਹੀਂ ਜਿੰਨਾ ਸਮਾਂ ਪਰਮੇਸ਼ਰ ਪ੍ਰਭੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਦਇਆ ਨਾ ਹੋਵੇ। ਤੋ ਸਤਿਗੁਰੂ ਜੀ ਦਇਆ ਕਰਨ ਤੇ ਫੇਰ ਹੀ ਨਾਮ ਦੀ ਪ੍ਰਾਪਤੀ ਹੁੰਦੀ ਹੈ। ਨਾਨਕ ਜਨ ਕੀ ਮੰਗੈ ਰਵਾਲਾ। ਔਰ ਜਿਨ੍ਹਾਂ ਦੇ ਪ੍ਰਭੂ ਦੀ ਦਇਆ ਹੈ, ਪ੍ਰਭੂ ਦੀ ਮਿਹਰ ਹੈ, ਇਹੋ ਜਿਹੇ ਜੀਵ ਜਿਹੜੇ ਨਾਮ ਜਪਦੇ ਆ, ਮਹਾਰਾਜ ਦੀ ਦਇਆ ਦੇ ਪਾਤਰ ਹੋ, ਨਾਮ ਰਸੀਏ ਬਣੇ ਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਨਾਨਕ ਜਨ ਕੀ ਮੰਗੈ ਰਵਾਲਾ। ਅਸੀਂ ਇਹੋ ਜਿਹੇ ਨਾਮ ਰਸੀਏ ਗੁਰਸਿੱਖਾਂ ਗੁਰਮੁਖਾਂ ਦੀ ਰਵਾਲਾ ਧੂੜੀ ਨੂੰ ਕਹਿੰਦੇ। ਅਸੀਂ ਗੁਰਸਿੱਖਾਂ ਦੇ ਚਰਨਾਂ ਦੀ ਧੂੜੀ ਮੰਗਦੇ ਹਾਂ, ਜਿਹੜੇ ਗੁਰਸਿੱਖ ਪ੍ਰਭੂ ਦੇ ਨਾਮ ਵਿੱਚ ਰੰਗੇ ਹੋਏ ਆ। ਅੰਤਰ ਜਾਮੀ ਪੁਰਖ ਵਿਧਾਤੇ ਸਰਧਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੈ ਮੋਹ ਕਉ ਕਰ ਸੰਤਨ ਕੀ ਧੂਰੇ। ਮਹਾਰਾਜ ਕਹਿੰਦੇ ਅਸੀਂ ਸੰਤਾਂ ਦੇ ਚਰਨਾਂ ਦੀ ਧੂੜੀ ਬਣ ਜਾਈਏ। ਨਾਮ ਜਪਣ ਵਾਲਿਆਂ ਦੇ ਚਰਨਾਂ ਦੀ ਅਸੀਂ ਧੂੜੀ ਮੰਗਦੇ ਹਾਂ। ਗੁਰਸਿੱਖਾ ਕੀ ਹਰ ਧੂੜ ਦੇਹ ਹਮ ਪਾਪੀ ਭੀ ਗਤ ਪਾਹੇ। ਹੇ ਸੱਚੇ ਪਾਤਸ਼ਾਹ, ਸਾਨੂੰ ਸਿੱਖਾਂ ਦੇ ਚਰਨਾਂ ਦੀ ਧੂੜੀ ਦੇ ਦਿਓ ਤਾਂ ਕਿ ਸਾਡੇ ਵਰਗੇ ਪਾਪੀਆਂ ਦੀ ਵੀ ਕਲਿਆਣ ਹੋ ਸਕੇ। ਇਹ ਪਾਵਨ ਪਵਿੱਤਰ ਉਪਦੇਸ਼ ਮਹਾਰਾਜ ਦੀ ਸਿੱਖਿਆ ਸਾਰੀ ਸੰਗਤ ਦੇ ਹਿਰਦੇ ਵਸੇ ਹੋਈਆਂ ਭੁੱਲਾਂ ਦੀ ਖਿਮਾ ਗੁਰੂ ਗਰੀਬ ਨਵਾਜ ਬਖਸ਼ ਲੈਣ। ਆਪ ਦੇ ਦਰ ਹਾਜ਼ਰੇ ਪ੍ਰਵਾਨ ਕਰਨੇ, ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ। ਸਿਮਰਨ ਤੇ ਲਾਗੇ ਜਿਨ ਆਪ ਦਇਆਲਾ। ਨਾਨਕ ਜਨ ਕੀ ਮੰਗੈ ਰਵਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।